ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਬੇਸ਼ੁਮਾਰ ਅਥਾਹ ਅਗਣਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਪਹਿਲਾ। ਲਿਖ ਲਿਖ ਪੜ੍ਹਿਆ ਤੇਤਾ ਕੜਿਆ ਬਹੁ ਤੀਰਥ ਭਵਿਆ ਤੇਤੋ ਲਵਿਆ। ਬਹੁ ਭੇਖ ਕੀਆ ਦੇਹੀ ਦੁਖ ਦੀਆ ਸੋ ਵੇ ਜੀਆ ਆਪਣਾ ਕੀਆ। ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਭਾਇਆ। ਬਸਤਰ ਨਾ ਪਹਿਰੈ ਐਨਸ ਕਹਿਰੈ ਮੋਨ ਵਿਗੁਤਾ ਕਿਉ ਜਾਗੈ ਗੁਰ ਬਿਨ ਸੂਤਾ। ਪਗ ਉਪੇਤਾਣਾ ਆਪਣਾ ਕੀਆ ਕਮਾਣਾ। ਅਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੈ ਪਤ ਗਵਾਈ। ਵਿਲ ਨਾਮੈ ਕਿਛ ਥਾਈ ਨ ਪਾਈ ਰਹਿ ਬੇਬਾਣੀ ਮੜੀ ਮਸਾਣੀ। ਅੰਧ ਨਾ ਜਾਣੈ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ। ਹਰਿ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ। ਆਸ ਅੰਦੇਸੇ ਤੇ ਨੇ ਕੇਵਲ ਹਉਮੈ ਸ਼ਬਦ ਜਲਾਏ। ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨੇ ਕੇਵਲ ਹਉਮੈ ਸ਼ਬਦ ਜਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ। ਇਸ ਪਾਵਨ ਅਸਥਾਨ 'ਤੇ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਤਿਸ ਦੇ ਤਹਿਤ ਆਸਾ ਕੀ ਵਾਰ ਦੀ 9ਵੀਂ ਪੌੜੀ ਦੇ ਨਾਲ ਜੋ 2 ਸ਼ਲੋਕ ਹਨ। ਪਹਿਲੇ ਸ਼ਲੋਕ ਦੀ ਕਥਾ ਆਪ ਜੀ ਨੇ ਕੱਲ੍ਹ ਸਰਵਣ ਕੀਤੀ ਸੀ। ਇਸ ਸਮੇਂ ਆਪ ਜੀ ਨੇ ਦੂਸਰੇ ਸ਼ਲੋਕ ਦਾ ਪਾਠ ਸਰਵਣ ਕੀਤਾ ਹੈ। ਇਹਨਾਂ ਪਾਵਨ ਅੰਮ੍ਰਿਤ ਬਚਨਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਸਾਨੂੰ ਕੀ ਉਪਦੇਸ਼ ਕਰ ਰਹੇ ਹਨ, ਇਸ ਨੂੰ ਵੇਖਣ ਵਾਸਤੇ ਸਾਨੂੰ ਪੌੜੀ ਵਾਲੇ ਸ਼ਬਦ ਦੇ ਦਰਸ਼ਨ ਕਰਨੇ ਪੈਣਗੇ। ਪੌੜੀ ਵਾਲਾ ਸ਼ਬਦ ਹੈ ਭਗਤ ਤੇਰਾ ਮਨ ਭਾਵੰਦੇ ਦਰ ਸੋਹਣ ਕੀਰਤ ਗਾਵਦੇ। ਨਾਨਕ ਕਰਮਾਂ ਬਾਰੇ ਦਰ ਢੋ ਨਾ ਲੈਣੀ ਧਾਵਦੇ। ਕਮੂਲ ਨਾ ਬੂਝਣ ਆਪਣਾ ਅਣਹੋਂਦਾ ਆਪ ਗਣਾਏਂਦੇ। ਹੋਂ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏਂਦੇ। ਤਿਨ ਮੰਗਾਂ ਜੇ ਤੁਝੇ ਧਿਆਏਂਦੇ। ਪਾਤਸ਼ਾਹ ਜੀ ਨੇ ਪੌੜੀ ਵਾਲੇ ਸ਼ਬਦ ਦੇ ਵਿੱਚ
ਪ੍ਰਮਾਣ ਕੀਤਾ ਰੱਬ ਦੇ ਦਰ 'ਤੇ ਕੌਣ ਪ੍ਰਵਾਨ ਹਨ। ਪਰਮਾਤਮਾ ਦੇ ਦਰ 'ਤੇ ਉਹ ਪ੍ਰਵਾਨ ਨੇ ਜਿਹੜੇ ਭਗਤੀ ਕਰਦੇ ਨੇ, ਜਿਹੜੇ ਅੰਦਰੋਂ ਜੁੜ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ। ਅਤੇ ਪਾਤਸ਼ਾਹ ਫਰਮਾਨ ਕਰਦੇ ਨੇ, ਇੱਕ ਉਹ ਲੋਕ ਹਨ ਜਿਹੜੇ ਵਿੱਦਿਆ ਪੜ੍ਹਦੇ ਨੇ, ਵਿੱਦਿਆ ਪੜ੍ਹ ਕੇ ਗੁਰੂ ਦੀ ਮੱਤ ਤੋਂ ਬਿਨਾਂ ਹੰਕਾਰੀ ਹੋ ਜਾਂਦੇ ਨੇ। ਉਹਨਾਂ 'ਤੇ ਫਿਰ ਬਖਸ਼ਿਸ਼ ਨਹੀਂ ਹੁੰਦੀ, ਉਹਨਾਂ ਨੂੰ ਵਾਹਿਗੁਰੂ ਦੇ ਦਰ ਘਰ ਦੇ ਵਿੱਚ ਢੋਈ ਨਹੀਂ ਮਿਲਦੀ, ਅਤੇ ਆਪਣਾ ਅਣਹੋਂਦਾ ਹੀ ਆਪਣਾ ਆਪ ਗਣਾਈ ਜਾਂਦੇ ਨੇ ਵੀ ਅਸੀਂ ਬੜੇ ਗੁਣੀ ਹਾਂ, ਬੜੇ ਗਿਆਨੀ ਹਾਂ, ਬੜੇ ਵਿਦਵਾਨ ਹਾਂ, ਸਾਨੂੰ ਬੜੀ ਸਮਝ ਹੈ। ਪਾਤਸ਼ਾਹ ਕਹਿੰਦੇ ਉਹ ਫਿਰ ਵਾਹਿਗੁਰੂ ਦੇ ਘਰ ਵਿੱਚ ਪ੍ਰਵਾਨ ਨਹੀਂ ਹੁੰਦੇ। ਅਸਲ ਵਿੱਚ ਗੁਰੂ ਪਾਤਸ਼ਾਹ ਜੀ ਇਹਨਾਂ ਪਾਵਨ ਅੰਮ੍ਰਿਤ ਬਚਨਾਂ ਵਿੱਚ ਜੋ ਉਪਦੇਸ਼ ਕਰ ਰਹੇ ਹਨ ਕਿ ਜਿਹੜੀ ਵਿੱਦਿਆ ਹੈ, ਭਾਵੇਂ ਉਹ ਸੰਸਾਰਿਕ ਵਿੱਦਿਆ ਹੋਵੇ ਅਤੇ ਭਾਵੇਂ ਧਰਮ ਦੀ ਵਿੱਦਿਆ ਹੋਵੇ, ਵਿੱਦਿਆ ਇੱਕ ਬਹੁਤ ਮੁੱਲਾ ਗਹਿਣਾ ਹੈ। ਪਰ ਮਨੁੱਖ ਇਸ ਵਿੱਦਿਆ ਨੂੰ ਪਾ ਕੇ ਹੰਕਾਰੀ ਹੋ ਗਿਆ। ਹੰਕਾਰ ਇੰਨਾ ਹੋ ਗਿਆ ਕਿ ਇਹ ਦੂਸਰੇ ਨੂੰ ਨੀਵਾਂ ਦਿਖਾਉਂਦਾ ਹੈ। ਜਿਹਦੇ ਕੋਲ ਘੱਟ ਗਿਆਨ ਹੈ ਉਹਦੀ ਬੇਇੱਜ਼ਤੀ ਕਰਦਾ ਹੈ। ਜਦ ਕਿ ਵਿੱਦਿਆ ਦੇ ਨਾਲ ਤਾਂ ਇਹ ਸੀ ਆਪਣੇ ਜੀਵਨ ਨੂੰ ਸਵਾਰਨਾ ਸੀ, ਸ਼ਿੰਗਾਰਨਾ ਸੀ, ਪਰ ਇਹਨੇ ਵਿੱਦਿਆ ਨੂੰ ਹੋਰ ਥਾਂ 'ਤੇ ਵਰਤਣ ਲੱਗ ਪਿਆ। ਵਿੱਦਿਆ ਹਰ ਇੱਕ ਚੀਜ਼ ਦੇ ਦੋ ਪੱਖ ਹੁੰਦੇ ਨੇ, ਇੱਕ ਉਸਾਰੂ ਪੱਖ ਹੁੰਦਾ ਹੈ, ਇੱਕ ਮਾਰੂ ਪੱਖ ਹੁੰਦਾ ਹੈ। ਜਿਵੇਂ ਸਾਡੇ ਜੀਵਨ ਦੇ ਵੀ ਦੋ ਪੱਖ ਨੇ। ਜੇਕਰ ਇਹ ਮਨੁੱਖ ਚੰਗੇ ਕਰਮ ਕਰਨ ਲੱਗ ਜਾਵੇ ਤਾਂ ਮਨੁੱਖਾ ਦੇਹੀ ਬੜੀ ਵਧੀਆ ਉੱਤਮ ਹੈ, ਪਰ ਜੇਕਰ ਇਹ ਮਾੜੇ ਕਰਮ ਕਰਨ ਲੱਗ ਜਾਵੇ ਮਨੁੱਖ ਤਾਂ ਇਹ ਪਸ਼ੂਆਂ ਨਾਲੋਂ ਵੀ ਮਾੜਾ ਹੋ ਜਾਂਦਾ ਹੈ। ਅਜੇ ਪਸ਼ੂ ਵੀ ਉਸ ਤਰ੍ਹਾਂ ਦਾ ਮਾੜਾ ਕਰਮ ਨਹੀਂ ਕਰਦਾ, ਪਸ਼ੂ ਵੀ ਉਸ ਤਰ੍ਹਾਂ ਦਾ ਪਾਪ ਕਰਮ ਨਹੀਂ ਕਰਦਾ ਜਿਸ ਤਰ੍ਹਾਂ ਦਾ ਮਨੁੱਖ ਕਰ ਦਿੰਦਾ ਹੈ। ਦੋ ਪੱਖ ਨੇ ਹਰ ਇੱਕ ਜੀਵਨ ਦੇ, ਚੰਗਾ ਪੱਖ ਵੀ ਹੈ, ਮਾੜਾ ਪੱਖ ਵੀ ਹੈ। ਅਤੇ ਮਨੁੱਖ ਨੇ ਕੀ ਕਰਨਾ ਹੈ? ਚੰਗੇ ਪੱਖ ਨੂੰ ਚੁਣਨਾ ਹੈ। ਅਕਸਰ ਆਪਾਂ ਆਪਣੇ ਜੀਵਨ ਵਿੱਚ ਚੰਗਾ ਪੱਖ ਚੁਣਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਇਹ ਵੇਖੋ, ਜਿਹੜਾ ਅੱਜ ਸੰਸਾਰ ਵਿੱਚ ਸਮਾਂ ਹੈ, ਦੁਨੀਆ ਬੜੀ ਪੜ੍ਹ ਲਿਖ ਗਈ ਹੈ। ਜਿੰਨਾ ਪੜ੍ਹ ਗਿਆ ਓਨਾ ਹੀ ਹੰਕਾਰੀ ਹੋ ਗਿਆ। ਅੱਜ ਦਾ ਮਨੁੱਖ ਜਿੰਨਾ ਹੰਕਾਰੀ ਹੋ ਗਿਆ ਹੈ, ਇੰਨਾ ਪਹਿਲਾਂ ਨਹੀਂ ਸੀ। ਹੰਕਾਰ ਇੰਨਾ ਹੋ ਗਿਆ। ਹੰਕਾਰ ਵਿੱਚ ਕੀ ਹੁੰਦਾ ਹੈ? ਮਨੁੱਖ ਦੂਜੇ ਨੂੰ ਬਰਦਾਸ਼ਤ ਨਹੀਂ ਕਰਦਾ। ਇੰਨਾ ਹੰਕਾਰ ਜਿਨ੍ਹਾਂ ਨੇ ਜਨਮ ਦਿੱਤਾ, ਕਹਿੰਦੇ ਮਾਂ ਕੀ ਹੈ, ਪਿਓ ਕੀ ਹੈ, ਉਹਨਾਂ ਦੇ ਉੱਪਰ ਵੀ ਆਪਣੀ ਹਉਮੈ ਜਤਾਉਂਦਾ ਹੈ। ਤੁਹਾਨੂੰ ਕੁਝ ਨਹੀਂ ਆਉਂਦਾ, ਮੈਨੂੰ ਬਹੁਤ ਕੁਝ ਆਉਂਦਾ ਹੈ। ਮਹਾਰਾਜ ਕਹਿੰਦੇ ਵਿੱਦਿਆ ਦਾ ਤਾਂ ਲਾਭ ਲੈਣਾ ਸੀ, ਪਰ ਵਿੱਦਿਆ ਨਾਲ ਇਹ ਤਾਂ ਹੰਕਾਰੀ ਹੋ ਗਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਨੇ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਕ ਅਹਮ ਬੁੱਧ ਬਾਧੇ। ਸਗੋਂ ਹੋਰ ਹਉਮੈ ਹੋ ਗਈ। ਪਾਠ ਪੜ੍ਹਨ ਨਾਲ ਤਾਂ ਇਹਨੂੰ ਸ਼ੁੱਧ ਹੋਣਾ ਚਾਹੀਦਾ ਸੀ, ਨਿਮਰਤਾ ਵਿੱਚ ਆਉਣਾ ਚਾਹੀਦਾ ਸੀ, ਗੁਰਬਾਣੀ ਦੀ ਵਿਚਾਰ ਕਰਕੇ ਇਹਦੇ ਅੰਦਰ ਇਹ ਦੈਵੀ ਗੁਣ ਆਉਣੇ ਚਾਹੀਦੇ ਸਨ, ਪਰ ਇਹ ਤਾਂ ਹੋਰ ਹੰਕਾਰੀ ਹੋ ਗਿਆ। ਅੱਜ ਵੇਖੋ, ਜੇ ਸੰਸਾਰ ਦੇ ਵਿੱਚ
ਪਰਿਵਾਰਾਂ ਵਿੱਚ ਕਲੇਸ਼ ਹੈ, ਦੁੱਖ ਹੈ, ਉਹਦਾ ਕਾਰਨ ਕੀ ਹੈ? ਹੰਕਾਰ ਇੰਨਾ ਵੱਧ ਗਿਆ। ਆਪਾਂ ਵੇਖਦੇ ਹਾਂ, ਪਤਨੀ ਕਹਿੰਦੀ ਤੂੰ ਕੀ ਹੈ ਪਤੀ ਨੂੰ, ਤੇਰੇ ਨਾਲੋਂ ਜ਼ਿਆਦਾ ਮੈਂ ਕਮਾਉਂਦੀ ਹਾਂ। ਜੇ ਪਤੀ ਜ਼ਿਆਦਾ ਕਮਾਉਂਦਾ ਤੇ ਉਹ ਹੰਕਾਰ ਕਰਦਾ ਹੈ। ਹੰਕਾਰ ਹੋ ਗਿਆ ਹਰ ਇੱਕ ਗੱਲ ਦਾ। ਪੜ੍ਹਾਈ ਦਾ ਤੇ ਲਾਭ ਹੋਣਾ ਚਾਹੀਦਾ ਸੀ, ਪਰ ਪੜ੍ਹ ਲਿਖ ਕੇ ਜੋ ਪ੍ਰਾਪਤ ਕੀਤਾ ਉਹਦਾ ਹੰਕਾਰ ਹੋ ਗਿਆ। ਇਸ ਕਰਕੇ ਪਰਿਵਾਰ ਟੁੱਟਦੇ ਜਾ ਰਹੇ ਨੇ। ਅੱਜ ਆਪਾਂ ਵੇਖਦੇ ਹਾਂ, ਪਹਿਲਾਂ ਜੁਆਇੰਟ ਫੈਮਲੀਆਂ ਆਉਂਦੀਆਂ ਸੀ, ਸਾਰੀ ਉਮਰ ਲੰਘ ਜਾਂਦੀ ਸੀ, ਪਤਾ ਹੀ ਨਹੀਂ ਸੀ ਹੁੰਦਾ। ਅੱਜ ਛੋਟਾ ਜਿਹਾ ਜੰਮਦਾ ਹੋਇਆ ਬੱਚਾ ਵੀ, ਉਹ ਵੀ ਆਪਣੀ ਹਕੂਮਤ ਚਲਾਉਣੀ ਚਾਹੁੰਦਾ ਹੈ। ਇੰਨਾ ਹੰਕਾਰੀ ਯੁੱਗ, ਕਿਉਂਕਿ ਮਾਤਾ ਪਿਤਾ ਅੰਦਰ ਇੰਨਾ ਹੰਕਾਰ ਆ ਗਿਆ, ਉਹਨਾਂ ਦੇ ਫਿਰ ਜਿਹੜਾ ਬੱਚਾ ਜਨਮ ਲਏਗਾ ਹੰਕਾਰੀ ਹੀ ਲਏਗਾ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ ਨੇ। ਮਹਾਰਾਜ ਕਹਿੰਦੇ, ਭਾਈ ਹੁਣ ਕੋਈ ਦੇਵਤੇ ਜਨਮ ਨਹੀਂ ਲੈ ਰਹੇ। ਕੋਈ ਸਮਾਂ ਸੀ ਧਰਤੀ ਤੇ ਦੇਵਤੇ ਜਨਮ ਲੈਂਦੇ ਸੀ। ਦੇਵਤੇ ਦਾ ਭਾਵ ਦੈਵੀ ਗੁਣਾਂ ਵਾਲੇ, ਸਤ ਸੰਤੋਖੀ, बड़े बड़े दानी, भगत, ज्ञानी, सूरमे। और साडे इस मुल्क की धरती नूं ये मान है, बहुतात गिनती में जिन्ने ग्रंथ लिखे गए ने इस धरती ते लिखे गए ने। आपां देखते हैं जिहड़े होर मुल्क ने, इस्लामी मुल्क, उत्थे भी ग्रंथ लिखे गए ने, पर बहुते नहीं। कते कुरान है, कुरान हदीस है, तुरेत है, जमूर है, बाइबल है, बस कोई होर दो चार इदों वध ग्रंथां का जिक्र नहीं आउंदा उधर। अपने ते वेखो 4 वेद, 18 पुराण, 27 सिमरतियाँ, 6 शास्त्र, भागवत गीता, गरुड़ पुराण, किन्ना बड़े ग्रंथ लिखे गए ने। रामायण, महाभारत, होर बहुत सारे ग्रंथ पता नहीं किन्ने के लिखे गए ने। धन गुरु ग्रंथ साहिब जी महाराज। पर हुण महाराज कहते देवते जन्म नहीं लै रहे। क्यों? क्योंकि माँ प्यो का वो जीवन नहीं रहा। सतगुरु गुरु नानक देव महाराज जी के वचन ने कि जिन भूत जन्म लै रहे हैं, कारण माँ प्यो जिन बन गए ने, हंकारी हो गए ने। उन्होंने अगे संतान भी इस तरह की हो रही है। हंकार इन्ना चरम सीमा ते आ गया, इन्ना हंकार वध गया। पढ़ाई करके ते हंकार मिटना चाहिए सी, पर यह पढ़ाई मारू सिद्ध हो रही है। ਉਹਦਾ ਕਾਰਨ ਅਸੀਂ ਪੜ੍ਹਾਈ ਨੂੰ ਉੱਪਰੋਂ ਪੜ੍ਹਿਆ ਹੈ, ਗਹਿਰੇ ਤਲ 'ਤੇ ਨਹੀਂ ਗਏ। ਪਿੱਛੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਆਸਾ ਰਾਗ ਦੇ ਵਿੱਚ ਪੱਟੀ ਆਈ ਹੈ। ਜਿਸ ਸਮੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੜ੍ਹਨ ਭੇਜਿਆ ਗਿਆ ਗੋਪਾਲ ਪਾਂਧੇ ਦੇ ਕੋਲ, पहले दिन वो जिमें बोलता है गुरु नानक पातशाह उस तरह बोलते हैं। दूसरे दिन गए तो वो कहता है ऊड़ा बोलो, हे नानक बोलो ऊड़ा। अज सतगुरु गुरु नानक देव जी बोले नहीं, चुप करके बैठे ने। टीचर का उस बच्चे वाल ध्यान ज़्यादा होंदा है जिस बच्चे के माँ प्यो बहुत अमीर होण। अज भी है, किसी बच्चे का प्यो MLA है, सारे टीचरां दे ध्यान उस बच्चे वाल होवेगा भी ये MLA का बच्चा है, ये फलाने चौधरी का बच्चा है। पटवारी के पुत्र ने गुरु नानक देव जी महाराज, ध्यान है पांधे का, कहता बोलो नानक ऊड़ा। गुरु नानक पातशाह जी चुप ने। ਜਦੋਂ तीसरी बार आखिया धन गुरु नानक देव जी महाराज कहते पहला ऊड़े दे मायने दसो। पढ़ाई माड़ी नहीं है, पर वो अर्थां नूं जे आपां समझ के चलांगे फिर हंकार नहीं होवेगा।
पर महाराज कहते जेता पढ़िया तेता करिया, जिन्ना पढ़िया उन्ना होर बंधना विच पै गया। गुरु नानक पातशाह जी कहते गोपाल पांदा जी ऊड़े दे मायने दसो, ऊड़े दे अर्थ दसो, ऊड़ा की कहंदा है। वो कहन लगा ऊड़ा बेमायने है, ऊड़े दे कोई अर्थ नहीं। गुरु नानक पातशाह जी कहते फिर जिस अखर दे अर्थ कोई नहीं ਹਨ ਅਸੀਂ पढ़ना नहीं है। ਜਿਹਦੇ कोई अर्थ ही नहीं ਉਹਨੂੰ पढ़ के की फायदा है। ਆਪਾਂ कोई भी काम करिए ਆਪਾਂ ਪਹਿਲਾਂ ਉਹਦੇ ਬਾਰੇ ਪੁੱਛਦੇ ਹਾਂ ਜੇ ਲਾਭ ਕੀ ਹੈ, ਮੈਨੂੰ ਕੀ ਲਾਭ ਹੈ ਇਹਦੇ ਵਿੱਚ। ਤਾਂ ਉਹ ਕਹਿਣ ਲੱਗਾ ਕੱਲੇ ਊੜੇ ਦੇ ਕੋਈ ਮਾਇਨੇ ਨਹੀਂ, ਹਾਂ 2-3 ਅੱਖਰ ਜੁੜ ਜਾਣ ਫਿਰ ਉਹਦਾ ਕੋਈ ਅਰਥ ਬਣਦਾ ਹੈ। ਇਕੱਠੇ ਹੋ ਜਾਣ ਨਾ, ਅੱਖਰਾਂ ਜੋੜ ਹੋ ਜਾਵੇ ਫਿਰ ਕੋਈ ਅਰਥ ਬਣਦਾ ਹੈ। ਸਤਿਗੁਰੂ ਜੀ ਕਹਿੰਦੇ ਗੋਪਾਲ ਪਾਂਦਾ ਜੀ ਤੁਸੀਂ ਵੀ ਇਹਦੀ ਗਹਿਰਾਈ ਵਿੱਚ ਨਹੀਂ ਗਏ। ਕੋਈ ਵੀ ਅੱਖਰ ਬੇਮਾਇਨੇ ਨਹੀਂ ਹੈ। ਧਰਤੀ ਦਾ ਕੋਈ ਵੀ ਜਰਾ ਕਿਣਕਾ ਬੇਮਾਇਨੇ ਨਹੀਂ ਹੈ, क्योंकि गुरबाणी ने कहा है कि कण कण दे विच हर एक दे विच रब वस रहा है। कोई भी चीज़ बेमायनी नहीं है। आपां कह देंगे ना कई बार यह चीज़ बेअर्थ है, कोई असल में सानू अपने आप की समझ नहीं आई, असी दूजियां नूं भी बेअर्थ आखी जाते हैं, क्योंकि अपने अर्थ का ही नहीं पता लगा भी मैं की, अपनी कभी व्याख्या ही नहीं की, अपने आप नूं समझिया ही नहीं है। तो इस करके सानू दूजे भी बेमायने लगते हैं, बेअर्थ लगते हैं। सतगुरु गुरु नानक देव महाराज जी फिर पट्टी की बाणी लिखते हैं। वो फिर पुछदा है गोपाल पांदा तुसी दस दिओ ऊड़े दे की मायने ने, क्योंकि इन्ने गहरे तल ते वो नहीं गया होया सी। गहरे तल ते कौन जावेगा जिहड़ा अखरां नूं पढ़ेगा ते नाल रब दी सिफत सलाह करेगा। फिर पता लगदा भी ये शब्द ये अर्थ ने। ਹੁਣ ਆਪਾਂ ਗੁਰਬਾਣੀ ਪੜ੍ਹਦੇ ਹਾਂ, ਆਪਾਂ ਨੂੰ ਇੰਨਾ ਸਵਾਦ ਨਹੀਂ ਆਉਂਦਾ, ਪਰ ਜਦੋਂ ਆਪਣੀ ਸੁਰਤ ਅੰਦਰੋਂ ਜੁੜਨ ਲੱਗ ਪਈ ਫਿਰ ਪਤਾ ਲੱਗਦਾ ਵੀ ਇਹ ਸ਼ਬਦ ਤੇ ਪਹਿਲਾਂ ਪਤਾ ਨਹੀਂ ਕਿੰਨੀ ਕੁ ਵਾਰ ਸੁਣਿਆ, ਪਰ ਜਦੋਂ ਅਰਥਾਂ ਦਾ ਉਹਦਾ ਪਤਾ ਲੱਗ ਗਿਆ ਫਿਰ ਉਹਦਾ ਰਸ ਆਉਂਦਾ ਹੈ। ਤੇ ਮਹਾਰਾਜ ਕਹਿੰਦੇ ਜਿਹੜਾ ਗੁਰੂ ਦਾ ਸ਼ਬਦ ਇਹ ਪਰਮਾਤਮਾ ਹੈ, ਬਾਣੀ ਜਿਹੜੀ ਪਰਮਾਤਮਾ ਹੈ। ਸਾਹਿਬ ਮੇਰਾ ਨੀਤ ਨਵਾਂ, ਇਹ तो नित नवा है शब्द। जपजी साहिब आपां रोज़ पढ़ते हाँ, स्वाद घटिया नहीं है, रस घटिया नहीं, फिर भी रस आउंदा है। सुखमनी साहिब रोज़ पढ़ते ने, सारी उम्र लंघ चली, रस घटिया तो नहीं। तुसी होर किसी कवि की किताब कोई कविता पढ़न लग जाओ, वध तो वध 2-4 दिन 10 दिन पढ़ लोगे, इदों अगे नहीं पढ़ोगे। रोज़ वही चीज़ पढ़ोगे नहीं स्वाद आवेगा। मालिक परमात्मा नित नवा है। गुरबाणी की है वाहो वाहो बाणी निरंकार है। नवी चीज़ का रस आउंदा है। नवा तुसीं कपड़ा ले आओ रस आउंदा है, नवी गड्डी लियाओ, नवा घर बनाओ, भावें पहलां भी घर विच रहिंदे सी, नवी कोठी बनाउण दा रस वध गया। नवी कोई भी चीज़ दा रस वधदा है। मालिक नित नवा है, साहिब नित नवा है। गोपाल पांदा कहन लगा तुसी इहदे अर्थ दस देवो। महाराज ने फिर उत्थे पट्टी लिखी, बाणी उचारण कीती, कल्ले कल्ले अखर दा अर्थ दस दिता महाराज जी ने। इत्थों तक जिहड़े अखरां नूं पंजाबी विच खाली बोलिया जांदा है, यईयां नाणा ngंगा डाड़ा होर अखर जिहड़े महाराज कहते खाली नहीं हैं, क्योंकि आप जो ऊड़ा आड़ा पढ़ते हैं स्कूलों के कहते बोलो नाना खाली, ngंगा खाली, हियां खाली। महाराज कहते नहीं खाली नहीं, भरे हुए ने भी। पट्टी लिखी बाणी तुसी कथा सरवण की है। हर एक अखर दे विच महाराज कहते बहुत कुछ छुपिया है। इन्ना कह ली कि रब ही छुपिया होया है। हर एक कण दे विच रब छुपिया है ना, हर एक अखर दे विच रब छुपिया है। बाबा फरीद जी उन्होंने भी पढ़न भेजिया गया, तो कहते ने वो जिहड़ा उन्हां दा पढ़ाउण दा उर्दू पढ़ाते ने, कहते अलफ
फिर कहते ने वो बोलते ने, कहते अर्थ, कहते एक बेअलफ, कहते बेअलफ फिर क्यों पढ़ना है, बस इक्को अखर पढ़िया जुड़ गई परमात्मा नाल, खुदा नाल। ਆਪਾਂ पता नहीं किन्नियां डिग्रियां कर लिया, PhD इदों भी अगे होर पता किन्ना कुछ पढ़ लिया, पर अखर की समझ आई नहीं, अर्थ की समझ आई नहीं है। सिमरन नाल हिरदा गहराई विच जांदा है। जदों तक सिमरन नहीं साडे कोल, उदों तक असीं अखरां दी गहराई विच नहीं जावांगे। जदों सानू कोल सिमरन आ जावेगा, उदों फिर गहराई नाल गुरबाणी नूं पढ़ांगे, विचारांगे। तो महाराज कहते हैं जदों साधु पुरुष बाणी बोलते हैं ना, साधु पुरुष बाणी उचरै साध जन अव्यों चले झरने, बाणी तो आप भी पढ़ते हैं। महाराज कहते अमृत के झरने चल पैंदे ने, ते जिहड़े हिरदे तपदे ने, जिवें कोई बंदा गर्मी में तपिया होवे, उहनूं ठंडा पानी बुक भर के मिल जाए, पींदा तो खुश हो जाता है। इस तरह जिहड़े हिरदे तपदे पे ने, जदों बाणी के झरने चलते हैं, साधु बोलता है बाणी, गुरमुख बोलता है, तो वह तपदे हुए हिरदियां नूं टका आ जाता है, तपदे हुए हिरदियां नूं शांति आ जाती है, रस आ जाता है, उन्हां दे हिरदे नूं ठहरा मिल जाता है। बाणी उचरै साध जन अव्यों चलै झरने, भेख दर्शन नानक जीविया मन अंदर धरने। साधु का बोलिया होया बोल गहराई तक साढ़े असर करता है। एक बंदूक की गोली आप किसी दे वैसे मारीए, वो माड़ा मोटा दर्द होएगा, कोई चोट भी नहीं लगेगी बहुती, पर उही गोली जदों बंदूक विच पा के मारांगे, उस बंदे नूं थां चित कर देवेगी। वैसे गोली मारो कोई इन्ना असर नहीं है, पर उन्होंने बंदूक विच पा के मारिया जाए, बंदा थां खत्म। साधु की अपनी कीती हुई कमाई वो बंदूक है, जिहदे विचों निकलिया होया गुरु का शब्द सामने वाले नूं चित्त कर दिंदा है, उहदे अंदरों पाप नूं खत्म कर दिंदा है, मैल नूं खत्म कर दिंदा है, बुराई नूं खत्म कर दिंदा है। तो साहिब सच्चे पातशाह ये दो सलोकां दे विच जिन्हां लोकां ने बाहरली विद्या लई बहुत पढ़े, पर पढ़ पढ़ के हंकारी हो गए, अज वो देखण नूं मिलदा है आपां नूं प्रैक्टिकल। जिवें आरंभ विच बेनती कीती है, पति भी नौकरी करदा है, पत्नी भी नौकरी करदा है, ते हंकार दोवां दे विच ओह कहंदे मैं तैनूं की समझदी हां, ओह कहंदा मैं तैनूं की समझदा हां। क्योंकि हुण दोवां दे अंदर विद्या कोल है, ते विद्या नाल धन आउंदा है, उहदा हंकार हो गया है। बच्चा पढ़ लिख के कोई वड्डा अफसर बन गया, वो वड्डे भरा गरीब है कोई, जां छोटा कोई भैन भरा, वो कहंदा मैं तुहानूं की समझना हाँ, तुसीं मेरे सामने की हो। क्यों? विद्या पढ़ के नौकरी मिल गई, पैसा आ गया, हंकारी हो गया। महाराज कहंदे भाई जे तू रब नूं मिलना है, पहलां अपने परिवार नूं मिल। जिहड़ा बंदा अपने परिवार नालों टुटिया होया रब नूं नहीं मिल सकेगा। ਜਿਹੜੇ ਪਰਿਵਾਰਾਂ ਨੂੰ ਛੱਡ ਕੇ ਜੰਗਲਾਂ ਵਿੱਚ ਚਲੇ ਜਾਂਦੇ ਸੀ, ਮਹਾਰਾਜ ਕਹਿੰਦੇ ਮਖੱਟੂ ਹੋਏ ਕੈ ਕੰਨ ਪੜਾਏ, ਘਰ ਘਰ ਮੰਗੈ ਭਿਖਿਆ ਜਾਏ, ਗੁਰੂ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਐ ਪਾਏ। ਮਖੱਟੂ ਹੋ ਗਿਆ, ਕਹਿੰਦਾ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਣੀ ਔਖੀ ਹੈ, ਕੌਣ ਇਹਨਾਂ ਨੂੰ ਕਮਾ ਕੇ ਖਵਾਵੇ। ਪਿੰਡੇ ਤੇ ਸਵਾਹ ਮਲ ਲਈ, ਕੰਨ ਪਾੜ ਲਏ, ਮੁੰਦਰਾਂ ਪਾ ਲਈਆਂ, ਮੰਗ ਮੰਗ ਖਾਂਦਾ ਹੈ। मखट्टू है, महाराज बाणी विच कहंदे मखट्टू होए कै कंन पड़ाए। परिवार विच रहना औखा हो गया इनू, पर जिहड़े परिवारां विच रह रहे ने, एक तां मखट्टू हो गया, एक जिहड़े रहिंदे ने वो भी टुटे हुए ने, हंकार आ गया इन्हां। तो पढ़ी हुई बाणी का भी लाभ नहीं। भाई गुरदास जी लिखते ने माँ प्यो पर हर सुनै वेद, भेद ना जाने कथा कहानी। माँ प्यो की सेवा नहीं करता, हंकार इन्ना आ गया। आपां वेखदे हां बच्चे जन्म दिता माँ प्यो ने, जदों तक विआहे नहीं गए उसे कमरे विच पैंदे ने माँ प्यो दे नाल वो बच्चे।
ਮਾਂ ਪਿਓ ਨੂੰ ਕੋਈ ਉਜਰ ਨਹੀਂ ਹੈ। ਪਰ ਐਸਾ ਸਮਾਂ ਆ ਗਿਆ, ਮਾਂ ਪਿਓ ਬਿਰਧ ਹੋ ਗਏ, ਉਹਨਾਂ ਨੂੰ ਇੱਕ ਵੱਖਰੇ ਕਮਰੇ ਵਿੱਚ ਸੁੱਟ ਦਿੰਦਾ ਹੈ। ਬਸ ਤੇਰਾ ਇਹੀ ਕਮਰਾ ਹੈ, ਇੱਧਰ ਹੀ ਰਹਿਣਾ ਤੂੰ ਮੇਰੇ ਬੈੱਡਰੂਮ ਦੇ ਵਿੱਚ ਨਹੀਂ ਆ ਸਕਦੀ। ਪਿਓ ਨੂੰ ਕਹਿੰਦੇ ਤੂੰ ਮੇਰੇ ਬੈੱਡਰੂਮ ਵਿੱਚ ਨਹੀਂ ਆ ਸਕਦਾ। ਇੰਨਾ ਹੰਕਾਰ ਮਾਂ ਪਿਓ ਤਾਂ ਆਪਣੇ ਕੋਲ ਪਾਉਂਦੇ ਰਹੇ ਨੇ। ਹੁਣ ਲੋੜ ਸੀ ਉਹਨਾਂ ਨੂੰ ਸੰਭਾਲਦਾ, ਆਪਣੇ ਕੋਲ ਰੱਖਦਾ, ਪਿਆਰ ਕਰਦਾ। ਉਹ ਹਰ ਇੱਕ ਗੱਲ ਦੇ ਵਿੱਚ ਪਿਆਰ ਕਰਦਾ, ਉਹਨਾਂ ਦਾ ਸਤਿਕਾਰ ਕਰਦਾ। ਇੱਕ ਜਿਹੜੀ ਹੈ ਪੰਚਦਸੀ ਦੇ ਵਿੱਚ ਇੱਕ ਕਹਾਣੀ ਆਉਂਦੀ ਹੈ। ਕਹਿੰਦੇ ਇੱਕ ਬੱਚਾ ਛੋਟਾ ਜਿਹਾ ਅਤੇ ਉਹਦਾ ਪਿਓ ਕੋਈ ਕੰਮ ਕਰ ਰਿਹਾ, ਬੱਚਾ ਕੋਲ ਆਇਆ। ਉਹ ਪਿਓ ਨੂੰ ਕੁਝ ਪੁੱਛਦਾ ਹੈ। ਕਹਿੰਦੇ ਅੱਜ ਉਹ ਬੱਚਾ ਪਹਿਲੀ ਵਾਰ ਬੋਲਿਆ ਸੀ। ਛੋਟਾ ਜਿਹਾ ਬੱਚਾ ਜਦੋਂ ਪਹਿਲੀ ਵਾਰ ਬੋਲਣਾ ਸਿੱਖਦਾ ਹੈ, ਉਹਨੇ ਕਮ ਸੇ ਕਮ ਉਹ ਸਾਰਾ ਦਿਨ ਉਹਨੂੰ ਸੈਂਕੜੇ ਵਾਰੀ ਪੁੱਛਿਆ। ਅਤੇ ਉਹ ਪਿਓ ਅੱਗੋਂ ਹੱਸ ਕੇ ਉਹਨੂੰ ਮੂੰਹ ਚੁੰਮਦਾ ਹੈ ਉਹਦਾ। ਜਦੋਂ ਬੱਚਾ ਪਹਿਲੀ ਵਾਰ ਬੋਲਿਆ ਤਾਂ ਉਹਨੂੰ ਗਲਵੱਕੜੀ 'ਚ ਲੈਂਦਾ, ਉਹਨੂੰ ਕਹਿੰਦਾ ਫਿਰ ਬੋਲੋ, ਫਿਰ ਬੋਲਦਾ, ਵਾਰ-ਵਾਰ ਬੋਲਦਾ, ਦੱਸਦਾ ਹੈ। ਕਹਿੰਦੇ ਸਮਾਂ ਲੰਘ ਗਿਆ, ਬੱਚਾ ਜਵਾਨ ਹੋ ਗਿਆ, ਵਿਆਹ ਗਿਆ, ਪਿਓ ਬਜ਼ੁਰਗ ਹੋ ਗਿਆ ਬਹੁਤ। ਅਤੇ ਪਿਓ ਨੇ ਆਖਿਆ ਅੱਜ ਮੈਂ ਇਹਦੀ ਪਰਖ ਕਰਾਂ ਆਪਣੇ ਉਸ ਬੱਚੇ ਦੀ। ਅਤੇ ਉਹਨੂੰ ਕੋਈ ਗੱਲ ਪੁੱਛੀ, ਆਖਿਆ ਪੁੱਤਰ ਮੈਨੂੰ ਇਹ ਦੱਸ। ਅਤੇ ਉਹ ਕਹਿਣ ਲੱਗਾ ਬਾਪੂ ਚੁੱਪ ਕਰਕੇ ਬਹਿ ਜਾ, ਤੂੰ ਇਸ ਗੱਲ ਤੋਂ ਕੀ ਲੈਣਾ ਹੈ। ਕਹਿੰਦਾ ਨਹੀਂ ਮੈਨੂੰ ਦੱਸੋ ਤੁਸੀਂ। ਕਹਿੰਦੇ ਵੀ ਤੁਸੀਂ ਟੇਕੇ ਆਰਾਮ ਨਾਲ ਬੈਠੇ ਰਹੋ ਮੰਜੋ, ਤੁਹਾਨੂੰ ਕੀ ਹੈ ਮਤਲਬ, ਹੁਣ ਤੁਸੀਂ ਬਜ਼ੁਰਗ ਕਿਸੇ ਕੰਮ ਦੇ ਨਹੀਂ ਹਨ। ਤੀਜੀ ਵਾਰ ਜਦੋਂ ਪੁੱਛਿਆ ਨਾ ਅਤੇ ਉਹ ਜਿਹੜਾ ਪੁੱਤਰ ਸੀ ਅੱਗੋਂ ਕੁੱਦ ਕੇ ਪੈ ਗਿਆ ਗੁੱਸੇ ਦੇ ਨਾਲ। ਕਹਿੰਦਾ ਬਹਿਣਾ ਚੁੱਪ ਕਰਕੇ ਕਿ ਨਹੀਂ। ਪਿਓ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਆ ਗਏ। ਕਹਿਣ ਲੱਗਾ ਪੁੱਤਰ ਜਦੋਂ ਤੂੰ ਪਹਿਲੀ ਵਾਰ ਬੋਲਿਆ ਸੀ ਨਾ ਅਤੇ ਮੈਂ ਤੈਨੂੰ ਗਲਵੱਕੜੀ 'ਚ ਲੈ ਲਿਆ, ਤੇਰਾ ਮੂੰਹ ਮੱਥਾ 100 ਵਾਰੀ ਚੁੰਮਿਆ, ਸਦਕੇ ਗਿਆ ਤੇਰੇ ਤੋਂ। ਤੂੰ ਵਾਰ-ਵਾਰ ਪੁੱਛਿਆ ਅਤੇ ਮੈਂ ਤੈਨੂੰ ਵਾਰ-ਵਾਰ ਦੱਸਿਆ, ਅਤੇ ਤੂੰ ਤਾਂ ਤੀਜੀ ਵਾਰੀ ਜਿਹੜਾ ਹੈ ਮੇਰੇ 'ਤੇ ਟੁੱਟ ਕੇ ਪੈ ਗਿਆ ਹੈ। ਉਹ ਸਮਝਾਉਣ ਦਾ ਅਰਥ ਇਹ ਹੈ ਕਿ ਦੇਖੋ ਮਾਂ ਪਿਓ ਸਾਨੂੰ ਕਿੰਨਾ ਸੰਭਾਲਦਾ ਹੈ। ਬੱਚਾ ਛੋਟਾ ਜਿਹਾ ਕਿੰਨੀ ਵਾਰ ਇੱਕ ਗੱਲ ਮਾਂ ਨੂੰ ਪਿਓ ਨੂੰ ਵਾਰ-ਵਾਰ ਕਹਿੰਦਾ ਹੈ। ਉਹ ਬੜਾ ਖੁਸ਼ ਹੋ ਕੇ ਜਵਾਬ ਦਿੰਦੇ ਨੇ। ਅਤੇ ਆਪਣਾ ਬਜ਼ੁਰਗ ਆਪਾਂ ਨੂੰ ਆਵਾਜ਼ ਮਾਰ ਲਏ, ਦੂਜੀ ਆਵਾਜ਼ ਮਾਰ ਲਏ, ਤੀਜੀ ਆਪਾਂ ਕਹਿੰਦੇ ਕੁੜ-ਕੁੜੀ ਲਾਈ ਰੱਖਦੇ ਨੇ, ਚੁੱਪ ਕਰਕੇ ਮੂੰਹ ਵਿੱਚ ਜ਼ਬਾਨ ਹੀ ਨਹੀਂ ਪਾਉਂਦੇ, ਬੋਲੀ ਜਾਂਦੇ ਨੇ ਸਾਰਾ ਦਿਨ। ਪੜ੍ਹਾਈ ਐਸੀ ਆ ਗਈ, ਮਹਾਰਾਜ ਕਹਿੰਦੇ ਹੰਕਾਰ ਭਰ ਗਿਆ। ਪੜ੍ਹਾਈ ਮਾਰੀ ਨਹੀਂ ਸੀ। ਪੜ੍ਹਾਈ ਦੇ ਦੋ ਪੱਖ ਨੇ, ਉਸਾਰੂ ਪੱਖ ਹੈ, ਮਾਰੂ ਪੱਖ ਹੈ। ਅੱਜ ਮਾਰੂ ਪੱਖ ਜ਼ਿਆਦਾ ਕੰਮ ਕਰ ਰਿਹਾ ਹੈ। ਇਸ ਪੜ੍ਹਾਈ ਦੇ ਨਾਲ ਕੱਲ੍ਹ ਵੀ ਬੇਨਤੀ ਕੀਤੀ ਸੀ, ਹਵਾਈ ਜਹਾਜ਼ ਬਣ ਗਏ, ਰੇਲ ਗੱਡੀਆਂ, ਰੇਲਾਂ ਦੀਆਂ ਲਾਈਨਾਂ ਵਿਛ ਗਈਆਂ, ਮੋਬਾਇਲ, ਕੰਪਿਊਟਰ, ਕੀ ਕੁਝ ਬਣ ਗਿਆ ਹੈ। ਪਰ ਇਸ ਪੜ੍ਹਾਈ ਦੇ ਨਾਲ ਜਿੱਥੇ ਮਨੁੱਖ ਨੂੰ ਇਹ ਸਹੂਲਤਾਂ ਮਿਲੀਆਂ ਨੇ, ਉੱਥੇ ਪਰਮਾਣੂ ਬੰਬ ਵੀ ਬਣ ਗਏ ਨੇ। ਇੱਕ ਬੰਬ ਚੱਲ ਜਾਵੇ ਦੁਨੀਆ ਤਬਾਹ ਸਾਰੀ ਖਤਮ। ਪੜ੍ਹਾਈ ਦਾ ਉਸਾਰੂ ਪੱਖ ਵੀ ਹੈ, ਪਰ ਜਿੱਥੇ ਉਸਾਰੀ ਹੋਈ ਹੈ ਉੱਥੇ ਮਾਰੂ ਪੱਖ ਵੀ ਨਾਲ ਆ ਗਿਆ। ਹੁਣ ਆਪਾਂ ਇਹ ਦੇਖਣਾ ਕਿਹੜਾ ਪੱਖ ਚੁਣਨਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਇਹਨਾਂ ਸਲੋਕਾਂ ਦੇ ਵਿੱਚ ਇਹ ਸਾਰਾ ਪੜ੍ਹਾਈ ਦਾ ਹੀ ਵਿਸ਼ਾ ਮਹਾਰਾਜ ਜੀ ਨੇ ਇੱਥੇ ਦੱਸਿਆ ਹੈ, ਕਿਉਂਕਿ ਇਹ ਸਮਾਂ ਵੀ ਹੁਣ ਐਸਾ ਯੁੱਗ ਚੱਲ ਰਿਹਾ ਹੈ। ਸੋ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਇਹਨਾਂ ਅੰਮ੍ਰਿਤ ਬਚਨਾਂ ਵਿੱਚ ਬਖਸ਼ਿਸ਼ ਕਰ ਰਹੇ ਨੇ, ਆਉਣ ਵਾਲੇ ਸਮੇਂ ਅੰਦਰ ਆਪਾਂ ਉਹ ਸਾਂਝ ਪਾਵਾਂਗੇ। ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਇਸੇ ਸਲੋਕ ਦੀ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ। ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਬਹੁਤ ਤੀਰਥ ਭਵਿਆ। ਸਾਰੇ ਧਾਰਮਿਕ ਕਰਮ ਨੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਨੇ, ਜੋ ਇਹਨਾਂ ਪਾਵਨ ਬਚਨਾਂ ਦੇ ਨਾਲ ਸਾਂਝ ਪਾਵਾਂਗੇ। ਸਤਿਗੁਰੂ ਜੀ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਅੱਜ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਹੈ। 8 ਵਜੇ ਸ੍ਰੀ ਸਹਿਜ ਪਾਠ ਜੀ ਦੇ ਜਿਹੜੇ ਜਾਪ ਹੋਏ ਨੇ ਉਹ ਭੋਗ ਪਾਏ ਜਾਣੇ ਹਨ।
ਸੋ ਉਪਰੰਤ 9:30 ਵਜੇ ਤੱਕ ਕੀਰਤਨ ਹੋਣਾ ਹੈ, 10 ਵਜੇ ਤੱਕ ਸਮਾਪਤੀ। ਉਪਰੰਤ ਗੁਰੂ ਕਾ ਲੰਗਰ ਟੁੱਟ ਵਰਤੇਗਾ। ਸਰਬਤ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।